ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਆਨੀਲੇ ਕੁੰਭ ਭਰਾਈਲੇ ਉਦਕ ਠਾकुर को इशनान करो। 42 लाख जी जल में होते बिठल पहला काय करो। जत्र जाऊं तत बिठल पहला महा आनंद करे सद केला। जत्र जाऊं तत बिठल पहला महा आनंद करे सद केला। रहाओ आनी ले फूल परोई ले माला। ठाकुर की हों पूज करो। पहले बास लई है भवरह बिठल पहला काय करो। आनी ले दूध रिधाई ले खीरम ठाकुर को न वेद करो। पहले दूध बिटार्यो बछरे बिठल पहला काय करो। ईबे बिठल उबे बिठल बिठल बिन संसार नहीं। थान थनंतर नामा प्रणवै पूर रहो तू सर्ब मही। आओ गुरु के सवारियो कोशिश करिए ਸਾਹਿਬਾਂ ਦੇ ਪਾਵਨ ਸਿਧਾਂਤ ਨੂੰ ਗੁਰਬਾਣੀ ਦੇ ਦੱਸੇ ਉਪਦੇਸ਼ ਗੁਰੂ ਦੱਸੀ ਵਿਚਾਰ ਵਿੱਚੋਂ ਸਮਝਣ ਦਾ ਯਤਨ ਕਰੀਏ। ਜਿਵੇਂ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਬਾਣੀ ਵਿੱਚੋਂ ਇੱਕ ਸ਼ਬਦ ਲੈ ਕੇ ਔਰ ਉਸ ਪਾਵਨ ਸ਼ਬਦ ਦਾ ਸੁਨੇਹਾ ਸਾਰੇ ਰਲ ਮਿਲ ਕੇ ਸਮਝਣ ਦਾ ਯਤਨ ਕਰਦੇ ਹਾਂ। ਵਿਚਾਰ ਅਧੀਨ ਸ਼ਬਦ ਭਗਤ ਨਾਮਦੇਵ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 31 ਰਾਗਾਂ ਵਿੱਚੋਂ ਆਸਾ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਕ 485 ਉੱਪਰ ਸੁਭਾਇਮਾਨ ਹੈ। ਧਿਆਨ ਰੱਖੀਏ ਇਹਨਾਂ ਸਾਰੀਆਂ ਗੱਲਾਂ ਦਾ। ਕੋਸ਼ਿਸ਼ ਕਰੀਏ ਬਾਣੀ ਨੂੰ ਪੜ੍ਹੀਏ, ਉਹਨੂੰ ਸਮਝੀਏ। ਸਮਝ ਕੇ ਜਿਹੜੀ ਬਾਤ ਗੁਰੂ ਸਾਹਿਬ ਜੀ ਸਾਡੇ ਜੀਵਨ ਵਿੱਚ ਪੈਦਾ ਕਰਨੀ ਚਾਹੁੰਦੇ ਆ ਉਹਨਾਂ ਨੂੰ ਜੀਵਨ ਵਿੱਚ ਪੈਦਾ ਕਰੀਏ। ਜਿਹੜੀਆਂ ਅਲਾਮਤਾਂ ਜਿਹੜੀਆਂ ਫੋਕੀਆਂ ਪਰੰਪਰਾਵਾਂ ਸਾਡੇ ਨਾਲ ਜੁੜ ਗਈਆਂ ਗਾਏ ਬਗਾਏ ਆਲੇ ਦੁਆਲੇ ਸਾਡੀ ਅਗਿਆਨਤਾ ਵਸ ਉਹਨਾਂ ਤੋਂ ਅਸੀਂ ਸਾਰੇ ਖਹਿੜਾ ਛੁਡਾਈਏ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਇੱਕ ਬਹੁਤ ਵੱਡਾ ਭੁਲੇਖਾ ਸਤਿਗੁਰੂ ਜੀ ਦੂਰ ਕਰਦੇ ਆ ਭਗਤ ਨਾਮਦੇਵ ਜੀ। ਜਤਰ ਜਾਉ ਤਤ ਬਿਠਲ ਪਹਿਲਾ। ਇਹਦਾ ਮਤਲਬ ਜਿਵੇਂ ਕਿ ਆਪਾਂ ਪਿਛਲੇ ਦਿਨੀ ਵੀ ਜ਼ਿਕਰ ਕੀਤਾ ਸੀ ਵੀ ਜਦੋਂ ਤੁਸੀਂ ਕਿਸੇ ਸ਼ਬਦ ਨੂੰ ਵੇਖਣਾ ਹੋਵੇ ਤੇ ਜ਼ਰੂਰੀ ਹੁੰਦਾ ਵੀ ਅਸੀਂ ਸਾਰੇ ਸ਼ਬਦ ਦੀ ਬਣਤਰ ਨੂੰ ਵੇਖੀਏ। ਬਣਤਰ ਦਾ ਮਤਲਬ ਹੈ ਵੀ ਸ਼ਬਦ ਵਿੱਚ ਇੱਕ ਤੁਹਾਨੂੰ ਰਹਾਉ ਵਾਲਾ ਬੰਦ ਮਿਲੂਗਾ ਜਿਹੜਾ ਕਿ ਸਾਰੇ ਸ਼ਬਦ ਦਾ ਕੇਂਦਰੀ ਖਿਆਲ ਹੁੰਦਾ ਹੈ। ਜਦੋਂ ਅਸੀਂ ਉਸ ਕੇਂਦਰੀ ਖਿਆਲ ਨੂੰ ਸਮਝਾਂਗੇ ਤੇ ਬਾਕੀ ਸਾਰੇ ਦਾ ਸਾਰਾ ਸ਼ਬਦ ਸਾਡੇ ਸਮਝ ਵਿੱਚ ਸੌਖਾ ਪਏਗਾ। ਨਾਮਦੇਵ ਜੀ ਕਹਿੰਦੇ ਕਿਉਂਕਿ ਇਹ ਵਿਚਾਰ ਦੁਨੀਆ ਭਰ ਦੇ ਵਿੱਚ ਰੱਬ ਦੇ ਕਿਸੇ ਖਾਸ ਥਾਵਾਂ ਨਾਲ ਖਾਸ ਤਰ੍ਹਾਂ ਦੇ ਰੱਬ ਖਾਸ ਤਰ੍ਹਾਂ ਦਾ ਪਰਮਾਤਮਾ ਬਣਾ ਕੇ ਪੇਸ਼ ਕੀਤਾ ਗਿਆ ਤੇ ਉਹਦੇ ਤੇ ਹੱਕ ਵੀ ਖਾਸ ਤਰ੍ਹਾਂ ਦੇ ਬੰਦਿਆਂ ਦੇ ਹੋਇਆ ਕਰਦੇ ਸਨ। ਹਰ ਬੰਦਾ ਨਾ ਰੱਬ ਦਾ ਨਾਮ ਲੈ ਸਕਦਾ, ਨਾ ਰੱਬ ਦੀ ਆਰਾਧਨਾ ਕਰ ਸਕਦਾ ਤੇ ਨਾ ਹੀ ਰੱਬ ਜੀ ਦੇ ਨਾਲ ਉਹਦੀ ਜਾਣ ਪਛਾਣ ਹੋ ਸਕਦੀ। ਤੇ ਚਲਾਕ ਬੰਦਿਆਂ ਨੇ ਇੱਥੋਂ ਤੱਕ ਵੀ ਫੈਸਲੇ ਆਪਣੀ ਮਰਜ਼ੀ ਵਿੱਚੋਂ ਸਮਾਜ ਦੇ ਵਿੱਚ ਰੱਖੇ ਔਰ ਉਹਨਾਂ ਤੇ ਥੋਪ ਦਿੱਤੇ ਵੀ ਰੱਬ ਕਿਸੇ ਖਾਸ ਥਾਂ ਤੇ ਬੈਠਦਾ ਆ, ਕਿਸੇ ਖਾਸ ਬੰਦਿਆਂ ਨਾਲ ਗੱਲ ਕਰਦਾ ਆ ਤੇ ਕਿਸੇ ਖਾਸ ਬੰਦਿਆਂ ਦੀ ਰੱਬ ਗੱਲ ਸੁਣਦਾ ਆ। ਜੇ ਕਿਸੇ ਆਮ ਵਿਅਕਤੀ ਨੇ ਰੱਬ ਨਾਲ ਗੱਲ ਕਰਨੀ ਹੈ ਤੇ ਉਹਨੂੰ ਵੀ ਜ਼ਰੀਆ ਇਹ ਬਣਾਉਣਾ ਪਏਗਾ ਵੀ ਉਹ ਕਿਸੇ ਖਾਸ ਬੰਦੇ ਨਾਲ ਜਿਹੜੇ ਰੱਬ ਦੇ ਖਾਸ ਬੰਦੇ ਨੇ ਉਹਨਾਂ ਨਾਲ ਗੱਲ ਕਰੇ ਤੇ ਉਹਦੀ ਗੱਲ ਰੱਬ ਨਾਲ ਉਹ ਬੰਦੇ ਪਹੁੰਚਾਉਣਗੇ, ਜਿਹੜਾ ਕਿ ਭੁਲੇਖਾ ਲੰਮੇ ਸਮੇਂ ਤੋਂ ਧਰਮ ਦੀ ਦੁਨੀਆ ਵਿੱਚ ਰਿਹਾ। ਖੈਰ ਆਪਾਂ ਜਿਹੜੀ ਸ਼ਬਦ ਦੀ ਬਣਤਰ ਹੈ ਉਸ ਵਾਲੇ ਬੰਨੇ ਜਾਂਦੇ ਹਾਂ। ਜਤਰ ਜਾਉ ਤਤ ਬਿਠਲ ਪਹਿਲਾ। ਨਾਮਦੇਵ ਜੀ ਕਹਿੰਦੇ ਵੀ ਮੈਂ ਜਿੱਧਰ ਵੀ ਵੇਖਦਾ
ਮੈਨੂੰ ਉਧਰ ਹੀ ਪਰਮਾਤਮਾ, ਬੀਠਲ ਮਤਲਬ ਪਰਮਾਤਮਾ ਨਜ਼ਰ ਆਉਂਦਾ ਹੈ। ਮੈਨੂੰ ਇਹ ਲੱਗਦਾ ਵੀ ਸ਼ਾਇਦ ਐਸਾ ਦੁਨੀਆ ਤੇ ਕੋਈ ਥਾਂ ਨਹੀਂ ਜਿੱਥੇ ਰੱਬ ਨਹੀਂ। ਜਿਵੇਂ ਇਸੇ ਰਾਗ ਦਾ ਪਹਿਲਾ ਸ਼ਬਦ ਆਪਾਂ ਵਾਚਿਆ ਸੀ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਮਹਾ ਆਨੰਦ ਜਿਹੜਾ ਕਿ ਹਮੇਸ਼ਾ ਇੱਕ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਆ, ਖੁਸ਼ੀ ਵਿੱਚ ਰਹਿੰਦਾ ਆ, ਚੜ੍ਹਦੀ ਕਲਾ ਵਿੱਚ ਰਹਿੰਦਾ ਆ। ਕਰੇ ਸਦ ਕੇਲਾ, ਕੇਲਾ ਦਾ ਅਰਥ ਚੋਜ। ਹੁਣ ਰੱਬ ਚੋਜ ਕਿਵੇਂ ਕਰਦਾ ਆ? ਰੱਬ ਦੇ ਜਿਵੇਂ ਅਸੀਂ ਕਹਿੰਦੇ ਆ ਵੀ ਰੱਬ ਦੇ ਚੋਜ ਨੇ ਵੀ ਉਹਨੇ ਕਿਸੇ ਨੂੰ ਸੁੱਖ ਦੇ ਦਿੱਤਾ, ਕਿਸੇ ਨੂੰ ਦੁੱਖ ਦੇ ਦਿੱਤਾ। ਰੱਬ ਦੇ ਚੋਜ ਨੇ ਜੀ ਉਹਨੇ ਫਲਾਣੇ ਨੂੰ ਮੁਸੀਬਤ ਪੈਦਾ ਕਰਤੀ। ਇੱਦਾਂ ਨਹੀਂ ਹੈ। ਕੋਈ ਵੀ ਮਾਂ-ਬਾਪ ਕੋਸ਼ਿਸ਼ ਨਹੀਂ ਕਰਦਾ ਵੀ ਉਹਦੀ ਔਲਾਦ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੋਵੇ। ਮਾਂ-ਬਾਪ ਦੀ ਇਹ ਕੋਸ਼ਿਸ਼ ਤਾਂ ਹੁੰਦੀ ਹੈ ਵੀ ਉਹਨਾਂ ਦੀ ਔਲਾਦ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ, ਪਰ ਇਹ ਕੋਸ਼ਿਸ਼ ਕੋਈ ਮਾਂ-ਬਾਪ ਨਹੀਂ ਕਰਦਾ ਵੀ ਉਹਨਾਂ ਬੱਚਿਆਂ ਦੇ ਸਾਹਮਣੇ ਉਹ ਮੁਸੀਬਤ ਪੈਦਾ ਕਰ ਸਕਣ। ਜੇ ਦੁਨਿਆਵੀ ਮਾਂ-ਬਾਪ ਇੱਦਾਂ ਨਹੀਂ ਕਰਦੇ ਤੇ ਜਿਹਨੂੰ ਅਸੀਂ ਸਾਰੀ ਸ੍ਰਿਸ਼ਟੀ ਦਾ ਕਰਤਾ ਰੱਬ, ਖੁਦਾ, ਪਰਮਾਤਮਾ, ਅਕਾਲ ਪੁਰਖ ਕਹਿੰਦੇ ਆ, ਉਹ ਕਦੀ ਵੀ ਇੱਦਾਂ ਨਹੀਂ ਕਰਦਾ। ਉਹ ਚੋਜ ਕੀ ਨੇ? ਉਹਦੇ ਚੋਜ ਇਹ ਨੇ ਵੀ ਉਹ ਬੱਚਿਆਂ ਦੇ ਰੂਪ ਵਿੱਚ ਹੈ, ਸਿਆਣਿਆਂ ਦੇ ਰੂਪ ਵਿੱਚ ਹੈ। ਹਰ ਜਰਰੇ ਜਰਰੇ ਵਿੱਚ ਰੱਬ ਵਸਦਾ ਆ ਤੇ ਆਪਣੀ ਕਲਾ ਉਹਦੀ ਵਰਤ ਰਹੀ ਹੈ। ਹਾਂ, ਇਹ ਸਾਡਾ ਵਿਸ਼ਾ ਆ ਵੀ ਅਸੀਂ ਉਹਨੂੰ ਫੀਲ ਕਰ ਪਾਏ ਆ ਕਿ ਨਹੀਂ ਕਰ ਪਾਏ। ਬਾਣੀ 'ਚ ਗੁਰੂ ਸਾਹਿਬ ਨੇ ਕਈ ਥਾਵਾਂ ਤੇ ਇਦਾਂ ਦੇ ਪੱਖ ਵੀ ਰੱਖੇ ਵੀ ਤੂੰ ਜਦੋਂ ਜਨਮ ਲਿਆ ਤੇ ਤੇਰੇ ਕੋਲ ਰੱਬ ਵਾਲਾ ਰੂਪ ਸੀ, ਜਿਵੇਂ ਜਿਵੇਂ ਤੂੰ ਸਮਾਜ ਵਿੱਚ ਵਿਚਰਨਾ ਸ਼ੁਰੂ ਕੀਤਾ ਰੱਬ ਵਾਲਾ ਰੂਪ ਤੇਰੀ ਜ਼ਿੰਦਗੀ 'ਚੋਂ ਅਲੋਪ ਹੁੰਦਾ ਗਿਆ ਤੇ ਦੁਨਿਆਵੀ ਰੂਪ ਜਿਹੜਾ ਆ ਬੁਰਾਈਆਂ ਵਾਲਾ ਉਹ ਤੂੰ ਹੌਲੀ ਹੌਲੀ ਇਖਤਿਆਰ ਕਰ ਲਿਆ। ਸੋ ਇਹਦਾ ਮਤਲਬ ਇਹ ਹੋਇਆ ਵੀ ਗੁਰੂ ਸਾਹਿਬ ਜੀ ਦੀ ਜਿਹੜੀ ਵਿਚਾਰ ਆ, ਜਿਹੜੀ ਬਾਣੀ ਦੀ ਥਿਊਰੀ ਆ ਜਾਂ ਬਾਣੀ ਦਾ ਜਿਹੜਾ ਸਿਧਾਂਤ, ਉਹ ਇਹ ਹੈ ਵੀ ਰੱਬ ਸਾਰਿਆਂ ਥਾਵਾਂ ਤੇ ਹੈ। ਉਹਨੂੰ ਫੀਲ ਕਰਨਾ, ਉਹਨੂੰ ਸਮਝਣਾ, ਉਹਨੂੰ ਜ਼ਿੰਦਗੀ ਦੇ ਅੰਦਰ ਲਾਗੂ ਕਰਨਾ ਇਹ ਤੇਰੀ ਮਰਜ਼ੀ ਹੈ। ਤੇ ਤੇਰੇ ਅੰਦਰ ਵੀ ਜਿਵੇਂ ਕੋਈ ਬੰਦਾ, ਮੈਂ ਬੜੀ ਵਾਰ ਐਗਜ਼ਾਮਪਲ ਦਿੰਦਾ ਹੁੰਦਾ ਵੀ ਬੜੀ ਵਾਰ ਲੋਕ ਇਹ ਕਹਿਣਗੇ ਵੀ ਮੈਨੂੰ ਰੱਬ ਨੇ ਕੀ ਦਿੱਤਾ ਹੈ। ਮੈਂ ਕਹਿੰਦਾ ਹੁੰਦਾ ਵੀ ਜੇ ਬੋਲ ਰਿਹਾ ਹੈ ਜਿਹੜੀ ਜ਼ੁਬਾਨ ਨਾਲ ਵੀ ਮੈਨੂੰ ਰੱਬ ਨੇ ਕੀ ਦਿੱਤਾ ਹੈ, ਇਹ ਵੀ ਰੱਬ ਦੀ ਦਾਤ ਆ। ਜੇ ਉਹਦੀ ਦਿੱਤੀ ਜ਼ੁਬਾਨ ਨਾ ਹੁੰਦੀ ਤਾਂ ਸ਼ਾਇਦ ਇਹ ਸ਼ਬਦ ਵੀ ਤੇਰੇ ਮੂੰਹੋਂ ਨਿਕਲਣੇ ਔਖੇ ਹੁੰਦੇ। ਸੋ ਜੇ ਇੰਨਾ ਤੂੰ ਕਹਿ ਪਾ ਰਿਹਾ ਤੇ ਇਹ ਵੀ ਰੱਬ ਦੀ ਦਾਤ ਆ। ਹਾਂ, ਜੇ ਜ਼ਿੰਦਗੀ ਦੇ ਅੰਦਰ ਕੋਈ ਮੁਸ਼ਕਲਾਂ ਪੈਦਾ ਹੋਈਆਂ ਆ, ਮੁਸੀਬਤਾਂ ਪੈਦਾ ਹੋਈਆਂ ਤਾਂ ਉਹਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਤੂੰ ਹੋਣਾ ਆ। ਦੱਦੇ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਰੱਬ ਕਿਸੇ ਨੂੰ ਚੰਗਾ ਤੇ ਮਾੜਾ ਇਸ ਤਰ੍ਹਾਂ ਦਾ ਦੁੱਖ ਸੁੱਖ ਨਹੀਂ ਦਿੰਦਾ। ਇਹ ਗੱਲ ਬਾਣੀ ਨੂੰ ਪੜ੍ਹਨ ਵਾਲੇ, ਗੁਰੂ ਘਰਾਂ ਨਾਲ ਸੰਬੰਧ ਰੱਖਣ ਵਾਲੇ ਘੱਟੋ ਘੱਟ ਸਿੱਖ ਘਰਾਣੇ ਤਾਂ ਸਮਝਣ। ਹਾਲਾਂਕਿ ਅਸੀਂ ਵੀ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਜਿਹੜੇ ਆ ਉਹ ਹੁੰਦੇ ਆ। ਫਿਰ ਰੱਬ ਨੂੰ ਖੁਸ਼ ਕਰਨ ਦੇ ਤਰੀਕੇ ਬਣਾ ਲਏ ਗਏ। ਨਾਮਦੇਵ ਜੀ ਕਹਿੰਦੇ ਆ ਵੀ ਹਰ ਥਾਂ ਤੇ ਮੌਜੂਦ ਰੱਬ ਤੂੰ ਵੇਖਿਆ ਨਹੀਂ, ਜਰੇ ਜਰੇ ਚ ਵਸਦੇ ਰੱਬ ਨੂੰ ਪਛਾਣ ਨਹੀਂ ਸਕਿਆ, ਤੇ ਰੱਬ ਨੂੰ ਖੁਸ਼ ਕਰਨ ਦੇ ਤਰੀਕੇ ਜਿਹੜੇ ਆ ਉਹ ਤੂੰ ਬਣਾ ਲਏ। ਤੇ ਖੁਸ਼ ਕਰਨ ਦੇ ਤਰੀਕਿਆਂ ਦੇ ਵਿੱਚ ਜਿਹੜੇ ਉਸ ਵਕਤ ਦੇ ਪੁਜਾਰੀ ਦੇ ਸਨ, ਅੱਜ ਵੀ ਮੈਨੂੰ ਲੱਗਦਾ ਵੀ ਇਨ ਬਿਨ ਆਲੇ ਦੁਆਲੇ ਕਿਤੇ ਨਾ ਕਿਤੇ ਤੁਸੀਂ ਉਸੇ ਤਰ੍ਹਾਂ ਦੀ ਵਿਚਾਰ ਜਿਹੜੀ ਹੈ ਉਹ ਵੇਖ ਰਹੇ ਹੋ ਤੇ ਨਜ਼ਰੀ ਆ ਰਹੀ ਹੈ। ਸਭ ਤੋਂ ਪਹਿਲਾ ਸਾਧਨ ਇਹ ਹੈ ਵੀ ਰੱਬ ਸੁੱਚਾ ਕਰੀਏ। ਜਿਵੇਂ ਰੱਬ ਦੇ ਥਾਂ ਨੂੰ ਕਿਸੇ ਖਾਸ ਤਰ੍ਹਾਂ ਦੀ ਸਫਾਈ ਦੀ ਲੋੜ ਹੁੰਦੀ ਹੈ ਤੇ ਅਸੀਂ ਕਹਿੰਦੇ ਹਾਂ ਵੀ ਇਹਦੇ ਨਾਲ ਰੱਬ ਦੀ ਸਾਫ਼ ਸਫਾਈ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਵੀ ਸਫਾਈ ਦਾ ਕੰਸੈਪਟ ਹੋ ਰਿਹਾ ਤੇ ਸੁੱਚੇ ਦਾ ਕੰਸੈਪਟ ਹੋ ਰਿਹਾ। ਕੋਈ ਵੀ ਚੀਜ਼ ਸਾਫ਼ ਤਾਂ ਹੋ ਸਕਦੀ ਹੈ, ਸੁੱਚੀ ਨਹੀਂ ਹੋ ਸਕਦੀ। ਤੇ ਇਹ ਭੁਲੇਖਾ ਬਹੁਤ ਵੱਡੇ ਪੱਧਰ ਤੇ ਸਮਾਜ ਵਿੱਚ ਜਿਹੜਾ ਸੀ, ਔਰ ਉਹਨੂੰ ਨਾਮਦੇਵ ਜੀ ਦੀ ਬਾਣੀ ਬੜੇ ਪਿਆਰੇ ਸ਼ਬਦਾਂ ਨਾਲ ਦੂਰ ਕਰਦੀ ਹੈ। ਆਨੀ ਲੈ ਕੁੰਭ ਭਰਾਈ ਲੈ ਉਦਕ, ਘੜੇ ਵਿੱਚ ਪਾਣੀ ਭਰਿਆ, ਠਾਕੁਰ ਕੋ ਇਸ਼ਨਾਨ ਕਰੋ। ਠਾਕੁਰ ਪਰਮਾਤਮਾ, ਕਿਉਂਕਿ ਹੁਣ ਰੱਬ ਬਣਾ ਲਿਆ ਪੱਥਰ ਦਾ ਤੇ ਪਾਣੀ ਭਰ ਲਿਆ ਤੇ ਉਹਦਾ ਇਸ਼ਨਾਨ ਕਰਾਇਆ ਜਾ ਰਿਹਾ। ਤੇ ਕਿਹਾ ਇਹ ਜਾ ਰਿਹਾ ਵੀ ਮੈਂ ਰੱਬ ਦਾ ਇਸ਼ਨਾਨ ਕਰਾ ਰਿਹਾ ਹਾਂ। ਨਾਮਦੇਵ ਜੀ ਕਹਿੰਦੇ ਵੀ ਪਹਿਲੀ ਗੱਲ ਤੇ ਇਹ ਹੈ ਵੀ ਤੇਰੇ ਪਾਣੀ ਭਰ ਕੇ ਇਸ਼ਨਾਨ ਕਰਨ ਨਾਲ ਰੱਬ ਦਾ ਇਸ਼ਨਾਨ ਨਹੀਂ ਹੋਣਾ। ਇਹ ਗੱਲ ਚੇਤੇ ਰੱਖੀ, ਕਿਉਂਕਿ ਜੇ ਪਾਣੀ ਨਾਲ ਰੱਬ ਦਾ ਇਸ਼ਨਾਨ ਹੁੰਦਾ ਆ ਤੇ 42 ਲੱਖ ਜੀ ਜਲਮੇ ਹੋਤੇ ਬੀਠਲ ਪਹਿਲਾ ਕਾਇ ਕਰੇ। ਇਹ ਤੂੰ ਕਿਵੇਂ ਸੋਚ ਲਿਆ ਵੀ ਪਾਣੀ ਜਿਹਦੇ ਵਿੱਚ ਬਹੁਤ ਸਾਰੇ ਜੀਵ ਜੰਤ ਰਹਿੰਦੇ ਆ। 42 ਲੱਖ ਦਾ ਮਤਲਬ ਇਹ ਨਹੀਂ ਹੁੰਦਾ ਵੀ ਗਿਣਤੀ ਕਰਕੇ ਗੁਰੂ ਸਾਹਿਬ ਜੀ ਨੇ ਦੱਸਤੀ ਵੀ 42 ਲੱਖ ਹੀ ਰਹਿੰਦੇ ਆ। ਕੱਲ ਨੂੰ ਕੋਈ ਕਵੇ ਨਹੀਂ 43 ਰਹਿੰਦੇ ਆ, ਕੋਈ ਕਵੇ ਨਹੀਂ ਜੀ ਉੱਤੇ 40 ਰਹਿੰਦੇ ਆ। ਇਹ ਰੌਲਾ ਨਹੀਂ ਹੈ, ਇਹ ਸਿਧਾਂਤ ਨਹੀਂ ਹੈ। ਇਹ ਹੈ ਵੀ ਬਹੁਤਾਦ ਗਿਣਤੀ ਦੇ ਵਿੱਚ ਜੀਵ ਜੰਤ ਪਾਣੀ ਵਿੱਚ ਰਹਿੰਦੇ ਆ ਤੇ ਸਾਰੀਆਂ ਹੀ ਕਿਰਿਆਵਾਂ ਉਹ ਪਾਣੀ ਵਿੱਚ ਕਰਦੇ ਆ। ਤੇ ਪਾਣੀ ਜੇ ਆਪ ਸਾਫ਼ ਨਹੀਂ ਤੇ ਉਹਦੇ ਨਾਲ ਕੋਈ ਚੀਜ਼ ਸਾਫ਼ ਕਿਵੇਂ ਕੀਤੀ ਜਾ ਸਕਦੀ ਹੈ।
ਪਹਿਲਾ ਸਾਧਨ ਇਹ ਵਰਤਿਆ ਜਾਂਦਾ ਵੀ ਪਾਣੀ ਦੇ ਨਾਲ ਭਗਵਾਨ ਦਾ ਇਸ਼ਨਾਨ ਕਰਾਇਆ ਜਾਏ। ਪਾਣੀ ਨਾਲ ਸਫਾਈ ਤਾਂ ਹੋ ਸਕਦੀ ਹੈ, ਇਸ਼ਨਾਨ ਨਹੀਂ ਹੋ ਸਕਦਾ। ਭਗਵਾਨ ਦੇ ਇਸ਼ਨਾਨ ਦਾ ਮਸਲਾ ਨਹੀਂ ਹੈ। ਬੀਠਲ ਪਹਿਲਾ ਕਾਇ ਕਰੋ, ਤੇ ਮੈਂ ਜਿਵੇਂ ਜ਼ਿਕਰ ਕੀਤਾ ਬਾਣੀ। ਹੁਣ ਇੱਕ ਚੀਜ਼ ਹੋਰ ਧਿਆਨ ਨਾਲ, ਕਈ ਵਾਰ ਬਹੁਤੇ ਸਾਡੇ ਜਿਹੜੇ ਸਰੋਤੇ ਆ ਜਾਂ ਜਿਨ੍ਹਾਂ ਤੱਕ ਗੱਲ ਜਾਂਦੀ, ਉਹ ਕਹਿੰਦੇ ਆ ਵੀ ਕਿਹਦੀ ਗੱਲ ਮੰਨੀਏ, ਤੁਹਾਡੀ ਮੰਨੀਏ, ਉਹਨਾਂ ਦੀ ਮੰਨੀਏ, ਇੱਕ ਇੱਦਾਂ ਕਹਿੰਦਾ ਆ, ਇੱਕ ਇੱਦਾਂ ਕਹਿੰਦਾ। ਇਹ ਨਹੀਂ, ਕਿਹਦੀ ਮੰਨਣੀ ਹੈ ਕਿਹਦੀ ਨਹੀਂ ਮੰਨਣੀ, ਇਹਦੇ ਵਾਸਤੇ ਜ਼ਰੂਰੀ ਹੈ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਪੜ੍ਹਨਾ ਸ਼ੁਰੂ ਕਰੀਏ ਤੇ ਆਪਣੀ ਅਸੀਂ ਵਿਚਾਰ ਨੂੰ ਡਿਵੈਲਪ ਕਰੀਏ। ਇਹ ਵੇਖੀਏ ਵੀ ਬਾਣੀ ਵਿੱਚ ਕੀ ਲਿਖਿਆ ਆ। ਮੈਂ ਕੀ ਫੈਸਲਾ ਕਰਕੇ ਕਹਾਂ ਵੀ ਮੈਂ ਇੱਦਾਂ ਮੰਨਦਾ ਜਾਂ ਮੇਰਾ ਮੰਨਣਾ ਇੱਦਾਂ ਆ, ਤੇ ਸ਼ਾਇਦ ਇਹ ਗੱਲ ਠੀਕ ਨਹੀਂ ਹੋਊਗੀ। ਹਾਂ, ਇਹ ਵੇਖੀਏ ਵੀ ਬਾਣੀ ਕਿਵੇਂ ਮੰਨਦੀ ਹੈ। ਗੁਰੂ ਸਾਹਿਬ ਜੀ ਸਾਹਮਣੇ ਪੱਖ ਹੈ, ਰੱਬ ਸਾਰਿਆਂ ਥਾਵਾਂ ਤੇ ਮੌਜੂਦ ਹੈ। ਜੇ ਕਿਸੇ ਖਾਸ ਤਰੀਕੇ ਨਾਲ ਰੱਬ ਨੂੰ ਤੁਸੀਂ ਖੁਸ਼ ਕਰਨਾ ਚਾਹੁੰਦੇ ਹੋ ਤਾਂ ਉਹਦਾ ਪਹਿਲਾ ਸਾਧਨ ਵਰਤਿਆ ਜਾਂਦਾ ਪਾਣੀ ਨਾਲ ਰੱਬ ਦਾ ਇਸ਼ਨਾਨ ਕਰਾਉਣਾ। ਤੇ ਨਾਮਦੇਵ ਜੀ ਕਹਿੰਦੇ ਆ 42 ਲੱਖ ਜੀ ਜਲ ਮੇ ਹੋਤੇ ਬੀਠਲ ਪਹਿਲਾ ਕਾਇ ਕਰੂੰ। ਭਾਈ ਇਹਦੇ ਨਾਲ ਰੱਬ ਸੁੱਚਾ ਨਹੀਂ ਹੋਣਾ, ਸਾਫ਼ ਨਹੀਂ ਹੋਣਾ, ਕਿਉਂਕਿ ਬੇਅੰਤ ਜੀਵ ਜੰਤ ਪਾਣੀ ਵਿੱਚ ਰਹਿੰਦੇ ਆ ਤੇ ਟੋਟਲ ਕਿਰਿਆਵਾਂ ਉਹ ਸਾਰੀਆਂ ਪਾਣੀ ਵਿੱਚ ਕਰਦੇ ਆ। ਹੁਣ ਅਗਲੇਰਾ ਬੰਦ, ਇੱਕ ਪੱਖ ਇਹ ਧਿਆਨ ਵਿੱਚ ਰੱਖਿਓ। ਅਗਲਾ ਪੱਖ ਹੈ, ਤੁਸੀਂ ਵੇਖੋਗੇ ਸਾਡੇ ਵੀ ਇਹ ਗੱਲਾਂ ਹੌਲੀ ਹੌਲੀ ਸਾਡੇ ਗੁਰਧਾਮਾਂ ਨਾਲ ਵੀ ਜੁੜ ਗਈਆਂ, ਹਾਲਾਂਕਿ ਜੁੜਨੀਆਂ ਨਹੀਂ ਚਾਹੀਦੀਆਂ ਸਨ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ। ਪਰ ਦੁੱਖ ਇਹ ਵਾਪਰਿਆ ਵੀ ਸਾਡੇ ਧਾਰਮਿਕ ਅਸਥਾਨਾਂ ਤੇ ਇਹ ਤੇ ਸਾਨੂੰ ਦੱਸਿਆ ਜਾਂਦਾ ਵੀ ਇਹ ਪਾਠ ਕਰਾ ਲਓ, ਇਹਦੇ ਨਾਲ ਆਇਆ ਹੋਊਗਾ, ਪਾਠ ਦੀ ਭੇਟਾ ਇੰਨੀ ਹੋਏਗੀ, ਪਾਠ ਦੀਆਂ ਸਮੱਗਰੀਆਂ ਇੰਨੀਆਂ ਇਹ ਚਾਹੀਦੀਆਂ ਹੈ। ਪਰ ਇਹ ਨਹੀਂ ਦੱਸਿਆ ਜਾਂਦਾ ਵੀ ਗੁਰੂ ਸਾਹਿਬ ਤੁਹਾਨੂੰ ਸਮਝਾਉਣਗੇ ਕੀ। ਤੇ ਸ਼ਾਇਦ ਅਸੀਂ ਇਹ ਚਾਹੁੰਦੇ ਵੀ ਨਹੀਂ ਆ ਵੀ ਗੁਰੂ ਸਾਹਿਬ ਸਾਨੂੰ ਸਮਝਾਉਣ। ਜੇ ਚਾਹੁੰਦੇ ਹੁੰਦੇ ਤਾਂ ਫਿਰ ਸ਼ਾਇਦ ਅਸੀਂ ਗੱਲ ਇੰਨਾ ਕਿ ਜੇ ਧਿਆਨ ਰੱਖ ਲੈਂਦੇ ਵੀ ਜਦੋਂ ਅਸੀਂ ਅਖੰਡ ਪਾਠ ਆਰੰਭ ਕਰਾਇਆ ਉਦੋਂ ਹੁਕਮਨਾਮਾ ਕਿਹੜਾ ਆਇਆ ਸੀ। ਨਹੀਂ, ਸਾਡਾ ਇਹ ਮਤਲਬ ਨਹੀਂ ਹੈ, ਸਾਡਾ ਇਹ ਲੈਣਾ ਦੇਣਾ ਨਹੀਂ ਹੈ। ਅਸੀਂ ਕਿਤੇ ਹੁੰਦੇ ਹਾਂ ਤੇ ਪਾਠ ਸਾਡਾ ਕਿਤੇ ਚੱਲ ਰਿਹਾ ਹੁੰਦਾ ਆ, ਪੈਸੇ ਟਰਾਂਸਫਰ ਹੋ ਜਾਂਦੇ ਆ, ਪਾਠ ਦਾ ਭੋਗ ਪੈ ਜਾਂਦਾ ਆ। ਇਹ ਇੱਕ ਬਿਜ਼ਨਸ ਮੈਨੂੰ ਲੱਗਦਾ ਵੀ ਅਸੀਂ ਵੀ ਇਸ ਤਰ੍ਹਾਂ ਦਾ ਇੱਕ ਕ੍ਰੀਏਟ ਕਰ ਲਿਆ। ਬਾਣੀ ਨੂੰ ਪੜ੍ਹੋ, ਸਮਝੋ, ਜ਼ਿੰਦਗੀ ਵਿੱਚ ਲਾਗੂ ਕਰੋ। ਅਗਲੇਰਾ ਪੱਖ ਦੂਜਾ ਇੱਕ ਪੱਖ ਹੈ ਭਗਵਾਨ ਨੂੰ ਖੁਸ਼ ਕਰਨ ਦਾ, ਫੁੱਲਾਂ ਦੀਆਂ ਮਾਲਾਵਾਂ ਚੜਾਉਣੀਆਂ। ਹੁਣ ਉਹ ਪੱਖ ਨਾਮਦੇਵ ਜੀ ਸਾਡੇ ਸਾਹਮਣੇ ਰੱਖਦੇ, ਕਹਿੰਦੇ ਆਨੀ ਲੈ ਫੂਲ ਪਰੋਈ ਲੈ ਮਾਲਾ ਠਾਕੁਰ ਕੀ ਹੋਂ ਪੂਜ ਕਰੂੰ। ਮਾਲਾ ਲੈ ਕੇ ਫੁੱਲਾਂ ਦੀ ਪਰੋ ਕੇ ਠਾਕੁਰ ਨੂੰ ਚੜਾਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਵੀ ਇਹ ਪੂਜਾ ਕਰਨ ਦਾ ਸਾਧਨ ਹੈ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਆ ਵੀ ਜੇ ਤਾਂ ਇਹ ਸਾਧਨ ਹੈ ਰੱਬ ਨੂੰ ਖੁਸ਼ ਕਰਨ ਦਾ, ਫੁੱਲਾਂ ਦੇ ਨਾਲ ਰੱਬ ਖੁਸ਼ ਹੁੰਦਾ ਆ, ਤੇ ਇੱਕ ਗੱਲ ਚੇਤੇ ਰੱਖਿਓ, ਪਹਿਲੇ ਬਾਸ ਲਈ ਹੈ ਭਵਰੈ। ਇਸ ਫੁੱਲ ਦੀ ਸੁਗੰਧੀ ਪਹਿਲਾਂ ਭੌਰੇ ਨੇ ਲਈ ਹੈ। ਤੇ ਭੌਰਾ ਸੁਗੰਧੀ ਦੂਰਬੀਨ ਨਾਲ ਨਹੀਂ ਲੈਂਦਾ, ਭੌਰਾ ਸੁਗੰਧੀ ਕਿਤੇ ਦੂਰ ਬਹਿ ਕੇ ਨਹੀਂ ਲੈਂਦਾ, ਉਹ ਫੁੱਲ ਦੇ ਉੱਪਰ ਬਹਿ ਕੇ ਲੈਂਦਾ ਹੈ। ਤੇ ਜਦੋਂ ਫੁੱਲ ਉੱਪਰ ਬਹਿੰਦਾ ਆ ਤੇ ਉਹਦੇ ਪੈਰ ਫੁੱਲ ਦੇ ਉੱਪਰ ਹੁੰਦੇ। ਇਹਨੂੰ ਧਿਆਨ ਨਾਲ ਸਮਝਣੀ ਹੈ ਗੱਲ ਵੀ ਜਿਹੜਾ ਫੁੱਲ ਹੈ ਉਹ ਇੰਨਾ ਸਾਫ਼ ਸੁਥਰਾ ਕਿਵੇਂ ਹੋ ਗਿਆ ਜਿਹਦੇ ਤੇ ਭੌਰੇ ਨੇ ਬੈਠ ਕੇ ਸੁਗੰਧੀ ਲਈ ਹੈ। ਇਹਦਾ ਮਤਲਬ ਹੋਇਆ ਵੀ ਜਿਹੜਾ ਫੁੱਲ ਹੈ ਉਹਦੀ ਸੁਗੰਧੀ ਭੌਰੇ ਨੇ ਲਈ ਹੈ ਤੇ ਉਹ ਵੀ ਮੈਲਾ ਹੋਇਆ। ਤੇ ਉਸ ਫੁੱਲ ਨਾਲ ਕਿਸੇ ਵੀ ਥਾਂ ਤੇ ਪੂਜਾ ਕਿਵੇਂ ਹੋ ਸਕਦੀ ਹੈ। ਬਹੁਤ ਪੱਖ ਬਾਣੀ 'ਚ ਇਸ ਤਰ੍ਹਾਂ ਦੇ ਵੀ, ਜਿਵੇਂ ਭਗਤ ਰਵਿਦਾਸ ਜੀ ਨੂੰ ਤੁਸੀਂ ਪੜ੍ਹੋਗੇ ਤੇ ਉਹ ਵੀ ਕਹਿੰਦੇ ਦੂਧ ਤਾਂ ਬਛਰੇ ਥਲੋਂ ਬੇਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਔਰ ਇੱਦਾਂ ਰੱਬ ਦੀ ਪੂਜਾ ਕਿਵੇਂ ਹੋ ਸਕਦੀ ਹੈ। ਆਨੀ ਲੈ ਫੂਲ ਪਰੋਈ ਲੈ ਮਾਲਾ ਠਾਕੁਰ ਕੀ ਹੋਂ ਪੂਜ ਕਰੋ। ਪਹਿਲੇ ਬਾਸ ਲਈ ਹੈ ਭਵਰ ਹੈ ਬੀਠਲ ਭੈਲਾ ਕਾਇ ਕਰੋ। ਇਹਦੇ ਨਾਲ ਰੱਬ ਦੀ ਪੂਜਾ ਨਹੀਂ ਹੋਣੀ, ਰੱਬ ਖੁਸ਼ ਨਹੀਂ ਹੋਣਾ, ਰੱਬ ਜਿਹੜਾ ਆ ਉਹ ਤੁਹਾਡੇ ਤੇ ਪ੍ਰਸੰਨ ਨਹੀਂ ਹੋਣਾ। ਇੱਕ ਚੀਜ਼ ਚੇਤੇ ਰੱਖੋ, ਮੰਦਰਾਂ ਵਿੱਚ ਫੁੱਲਾਂ ਦੀ ਵਰਖਾ ਹੋਵੇ ਗੱਲ ਸਮਝ ਲੱਗਦੀ ਹੈ। ਪਿਛਲੇ ਦਿਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਸ਼ਤਾਬਦੀ ਮਨਾਈ ਤੇ ਕਿੰਨੇ ਕਰੋੜ ਦੇ ਫੁੱਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਲੇ ਦੁਆਲੇ ਉਹਨੂੰ ਸੋਭਨੀਕ ਬਣਾਉਣ ਲਈ ਲਾਤੇ। ਇੱਕ ਗੱਲ ਚੇਤੇ ਰੱਖੋ, ਸਾਡੇ ਗੁਰੂ ਨੂੰ ਸੋਭਨੀਕ ਬਣਾਉਣ ਲਈ ਫੁੱਲਾਂ ਦੀ ਲੋੜ ਨਹੀਂ, ਉਹ ਇੰਨਾ ਸੋਭਨੀਕ ਹੈ ਵੀ ਜੇ ਸਾਡੇ ਹਿਰਦਿਆਂ 'ਚ ਵਸ ਜਾਏ ਤੇ ਮੈਨੂੰ ਲੱਗਦਾ ਸਾਡੇ ਹਿਰਦੇ ਫੁੱਲਾਂ ਵਾਂਗੂ ਖਿੜ ਸਕਦੇ ਆ। ਇਹ ਗੱਲ ਤਾਂ ਸਮਝਣ ਦੀ ਲੋੜ ਸੀ। ਬਾਣੀ ਨੂੰ ਧਿਆਨ ਨਾਲ ਪੜ੍ਹੋਗੇ ਤੇ ਗੁਰੂ ਸਾਹਿਬ ਜੀ ਕਹਿੰਦੇ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ। ਤੇ ਉੱਥੇ ਸ਼ਬਦ ਵਰਤਦੇ, ਕਹਿੰਦੇ ਭੁੱਲੀ ਮਾਲਣੀ ਹੈ ਇਉਂ, ਮਾਲਣ ਭੁੱਲ ਗਈ ਜਿਹਨੂੰ ਇਹ ਭੁਲੇਖਾ ਲੱਗ ਗਿਆ। ਹੁਣ ਮਾਲਣ ਤੇ ਸਮਝੂਗੀ ਕਦੇ, ਸਾਡੇ ਸਿੱਖ ਪਤਾ ਨਹੀਂ ਕਦੋਂ ਕਿਤੇ ਸਮਝਣਗੇ ਕਿ ਬਾਣੀ ਵਿੱਚ ਇਹ ਗੱਲ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਸਮਝਾਈ ਹੈ। ਅਗਲੇਰਾ ਪੱਖ
ਦੁੱਧ ਨਾਲ ਇਸ਼ਨਾਨ ਕਰਾਉਣਾ ਤੇ ਦੁੱਧ ਦੀ ਪਵਿੱਤਰ ਚੀਜ਼ ਬਣਾ ਕੇ ਭਗਵਾਨ ਨੂੰ ਭੋਗ ਲਵਾਉਣੇ। ਸਾਡੇ ਵਿੱਚ ਵੀ ਇਹ ਬਿਮਾਰੀਆਂ ਲਗਾਤਾਰ ਕੰਮ ਕਰਦੀਆਂ ਆ। ਹਾਲਾਂਕਿ ਗੁਰਮਤ ਇਹਨਾਂ ਦਾ ਡਟ ਕੇ ਵਿਰੋਧ ਕਰਦੀ ਹੈ ਤੇ ਨਾਮਦੇਵ ਜੀ ਹੋਣੀ ਉਹਨਾਂ ਸਮਿਆਂ ਵਿੱਚ ਇਸ ਤਰ੍ਹਾਂ ਦੀਆਂ ਇੱਕ ਵੱਡੀਆਂ ਜੰਗਾਂ ਜਿਹੜੀਆਂ ਉਹਨਾਂ ਨੇ ਲੜੀਆਂ। ਅੰਦਾਜ਼ਾ ਲਾ ਕੇ ਵੇਖੋ, ਮਹਾਰਾਸ਼ਟਰ ਦੇ ਰਹਿਣ ਵਾਲੇ ਆ ਭਗਤ ਨਾਮਦੇਵ ਜੀ, ਤੇ ਜਿੱਥੇ ਇਹ ਸਾਰਾ ਕੁਝ ਵੱਡੀ ਪੱਧਰ ਤੇ ਉਸ ਵੇਲੇ ਹੁੰਦਾ, ਅੱਜ ਵੀ ਹੁੰਦਾ ਹੈ, ਉਸ ਵੇਲੇ ਕਿੱਡੇ ਵੱਡੇ ਪੱਧਰ ਤੇ ਹੁੰਦਾ ਹੋਵੇਗਾ ਤੇ ਕਿੱਡੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਨਾਮਦੇਵ ਜੀ ਹੋਣਾ ਨੂੰ ਕਰਨਾ ਪਿਆ ਹੋਣਾ। ਐਵੇਂ ਨਹੀਂ ਨਾਮਦੇਵ ਜੀ ਹੋਣੀ ਕਦੀ ਉਹਨਾਂ ਨੂੰ ਵਕਤ ਦਾ ਰਾਜਾ ਬੰਨ ਕੇ ਵਾ ਲੈਂਦਾ ਹੈ ਵੀ ਸਾਡੀਆਂ ਗੱਲਾਂ ਦੇ ਜਵਾਬ ਦਿਓ, ਤੂੰ ਲੋਕਾਂ ਨੂੰ ਵਿਗਾੜਦਾ ਆ, ਤੂੰ ਚਾਟੜਿਆਂ ਨੂੰ ਪੁੱਠੀ ਮੱਤ ਦਿੰਦਾ ਆ। ਮੱਤ ਪੁੱਠੀ ਕੀ ਦਿੰਦਾ ਸੀ? ਜਿਹੜੇ ਲੋਕ ਪੰਡਾਂ ਦੀਆਂ ਪੰਡਾਂ ਫੁੱਲ ਚੜਾ ਕੇ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਮਾਣ ਰਹੇ ਸਨ ਤੇ ਜਿਹੜਾ ਉਹ ਪੁਜਾਰੀ ਉਹਦਾ ਪੇਟ ਭਰ ਰਿਹਾ ਸੀ, ਉਹਨਾਂ ਸਾਹਮਣੇ ਸਵਾਲ ਹੁੰਦਾ ਸੀ ਤੇ ਉਹ ਪਿੱਟਦੇ ਸਨ ਜਾ ਕੇ ਵਕਤ ਦੇ ਰਾਜੇ ਕੋਲ। ਵਕਤ ਦੇ ਰਾਜਿਆਂ ਦੀ ਮਜਬੂਰੀ ਹੁੰਦੀ ਸੀ ਵੀ ਉਹ ਉਹਨਾਂ ਦੀ ਸਹਾਇਤਾ ਕਰਦੇ ਸਨ। ਤੇ ਉਸ ਵੇਲੇ ਨਾਮ ਦੇ ਅੱਜ ਵੀ ਜਦੋਂ ਅਸੀਂ ਬਾਣੀ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਵੀਰ ਭੈਣਾਂ ਦੇ ਸਵਾਲ ਹੁੰਦੇ ਆ ਵੀ ਤੁਹਾਨੂੰ ਲੋਕ ਸਵਾਲ ਕਿਉਂ ਕਰਦੇ ਆ ਜਾਂ ਤੁਹਾਡਾ ਵਿਰੋਧ ਕਿਉਂ ਹੁੰਦਾ। ਉਹਦਾ ਕਾਰਨ ਇੱਕੋ ਹੀ ਹੁੰਦਾ ਕਿ ਜਾਂ ਤਾਂ ਆਹ ਜਿਹੜੇ ਸ਼ਬਦ ਆ ਇਹਨਾਂ ਨੂੰ ਕਦੀ ਕਿਸੇ ਨੇ ਛੂਹਣਾ ਨਹੀਂ, ਕਦੀ ਇਹਨਾਂ ਸ਼ਬਦਾਂ ਦੀ ਡਿਟੇਲ 'ਚ ਨਹੀਂ ਜਾਣਾ, ਕਦੀ ਇਹਨਾਂ ਸ਼ਬਦਾਂ ਨੂੰ ਧਿਆਨ ਨਾਲ ਨਹੀਂ ਪੜ੍ਹਿਆ ਜਾਣਾ, ਕਿਉਂਕਿ ਅਸੀਂ ਖੁਦ ਵੀ ਉਹ ਕਰਮ ਸਾਰੇ ਕਰਦੇ ਆ। ਆਨੀਲੇ ਦੁੱਧ ਰਿਧਾਇਲੇ ਖੀਰੰ, ਠਾਕੁਰ ਕੋ ਨਵੇਦ ਕਰੋ। ਠਾਕੁਰ ਦੀ ਪੂਜਾ ਕਰਨੀ, ਦੁੱਧ ਚੜਾਉਣਾ, ਖੀਰਾਂ ਚੜਾਉਣੀਆਂ ਤੇ ਉਹਨੂੰ ਭੋਗ ਲਵਾਉਣਾ। ਭਗਵਾਨ ਭੋਗ ਲਾਉਂਦਾ ਆ। ਸਾਡੇ ਵੀ ਕਈ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਂਦੇ ਆ। ਨਾਸਤੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਾਏ ਜਾਂਦੇ ਆ, ਜਿਹੜਾ ਕਿ ਟੋਟਲੀ ਕਰਮਕਾਂਡ ਹੈ। ਇਹ ਸਿੱਖੀ ਵਿਚਾਰਧਾਰਾ ਨਹੀਂ ਹੈ। ਪਤਾ ਨਹੀਂ ਕਿਹਨਾਂ ਦੀ ਵਿਚਾਰਧਾਰਾ ਸਾਡੇ ਵਿਹੜੇ ਵਿੱਚ ਇਸ ਤਰ੍ਹਾਂ ਨਾਲ ਪਨਪ ਗਈ ਹੈ ਤੇ ਉਹਨੂੰ ਫਲ ਲੱਗ ਰਹੇ ਆ ਤੇ ਜਦੋਂ ਉਹਦੀ ਕੋਈ ਗੱਲ ਕਰਦਾ ਆ ਤਾਂ ਲੋਕ ਉਹਦਾ ਵਿਰੋਧ ਕਰਦੇ ਆ। ਖੈਰ, ਪਹਿਲੇ ਦੂਧ ਬਿਟਾਰਿਓ ਬਛੜੇ ਬੀਠਲ ਪਹਿਲਾ ਕਾਏ ਕਰੋ। ਇਹ ਤਾਂ ਦੁੱਧ ਵੱਛੇ ਨੇ ਝੂਠਾ ਕੀਤਾ ਆ। ਹੁਣ ਜਿਹੜਾ ਪਿੰਡਾਂ ਵਿੱਚ ਕੰਮ ਕਰਨ ਵਾਲੇ ਵੀਰ ਭੈਣਾਂ ਆ ਉਹਨਾਂ ਨੂੰ ਪਤਾ ਹੈ ਵੀ ਜਦੋਂ ਵੀ ਮੱਝ ਚੋਈ ਜਾਂਦੀ ਹੈ ਜਾਂ ਗਾਂ ਚੋਈ ਜਾਂਦੀ ਹੈ ਤੇ ਪਹਿਲਾਂ ਵੱਛਾ ਛੱਡਿਆ ਜਾਂਦਾ। ਉਹ ਦੁੱਧ ਵੱਛਾ ਤੇ ਉੱਥੇ ਕੋਈ ਸਾਬਣ ਨਹੀਂ ਰੱਖਿਆ ਹੁੰਦਾ, ਉੱਥੇ ਕੋਈ ਡਿਟੋਲ ਨਾਲ ਬਾਅਦ 'ਚ ਆਪਾਂ ਸਾਫ਼ ਨਹੀਂ ਕਰਦੇ, ਇੱਦਾਂ ਉਹ ਪਾਣੀ ਨਾਲ ਧੋ ਕੇ ਦੁੱਧ ਚੋ ਲਿਆ ਜਾਂਦਾ। ਤੇ ਇਹਦਾ ਮਤਲਬ ਇਹ ਹੈ ਵੀ ਉਹ ਤਾਂ ਵੱਛੇ ਨੇ ਝੂਠਾ ਕੀਤਾ ਹੈ। ਤੇ ਜੇ ਵੱਛੇ, ਹਾਲਾਂਕਿ ਤੁਸੀਂ ਵੇਖਿਓ ਜੇ ਕਿਤੇ ਧਾਰਮਿਕ ਥਾਂ ਤੇ ਖੜਨ ਦੀ ਖੀਰ ਬਣਾਈ ਹੋਵੇ, ਬੱਚੇ ਕਿਤੇ ਕਹਿ ਦੇਣ ਵੀ ਮੈਂ ਖੀਰ ਖਾਣੀ ਆ ਤੇ ਘਰ 'ਚ ਕਲੇਸ਼ ਪੈ ਜਾਏਗਾ ਵੀ ਲੈ ਤੈਨੂੰ ਨਹੀਂ, ਪਹਿਲਾਂ ਬਾਬੇ ਨੂੰ ਖਵਾਉਣੀ ਹੈ। ਤੇ ਉਹ ਬੱਚੇ ਨੇ ਵੀ ਪਹਿਲਾਂ ਦੁੱਧ ਝੂਠਾ ਕੀਤਾ ਹੈ। ਚੇਤੇ ਰੱਖੋ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਦੂਧ ਬਿਟਾਰਿਓ ਬਛੜੇ ਬਿਠੁਲ ਪਹਿਲਾ ਕਾਇ ਕਰੋ। ਪਹਿਲਾਂ ਤਾਂ ਬੱਚੇ ਨੇ ਝੂਠਾ ਕੀਤਾ ਆ ਤੇ ਇਹਦੇ ਨਾਲ ਭਗਵਾਨ ਖੁਸ਼ ਨਹੀਂ ਹੋਣਾ। ਫਿਰ ਅਖੀਰ ਤੇ ਉਸੇ ਗੱਲ ਨੂੰ ਫੇਰ ਦੁਹਰਾਉਂਦੇ ਆ ਜਿਹੜੀ ਰਹਾਉ ਵਾਲੇ ਬੰਦ ਵਿੱਚ ਸੱਚੇ ਪਾਤਸ਼ਾਹ ਜੀ ਗੱਲ ਕਰਦੇ ਸੀ, ਜਤਰ ਜਾਉ ਤਤ ਬੀਠਲ ਪਹਿਲਾ ਇਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਇੱਥੇ ਵੀ ਰੱਬ ਹੈ, ਉੱਥੇ ਵੀ ਰੱਬ। ਇਹਦਾ ਮਤਲਬ ਹੁੰਦਾ ਆ ਹਰ ਥਾਂ ਤੇ। ਇੱਥੇ ਉੱਥੇ ਦਾ ਥਾਂ ਹੁਣ ਕੋਈ ਦੱਸਣਾ ਨਹੀਂ ਵੀ ਇਹ ਕਿਹੜਾ ਤੇ ਉਹ ਕਿਹੜਾ, ਇੱਥੇ ਉੱਥੇ ਆਗੇ ਪਾਛੇ ਜਹਾਂ ਤਹਾਂ। ਇਹ ਸ਼ਬਦ ਬਾਣੀ 'ਚ ਬਹੁਤ ਵਾਰ ਆਊਗਾ ਤੇ ਜਿਹਦਾ ਅਰਥ ਹੁੰਦਾ ਆ ਹਰ ਥਾਂ ਤੇ ਮਾਲਕ ਮੌਜੂਦ ਹੈ। ਇਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਥਾਨ ਥਨੰਤਰ ਪ੍ਰਣਮੈ ਨਾਮਾ। ਨਾਮਦੇਵ ਜੀ ਕਹਿੰਦੇ ਆ ਉਹ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਆ, ਸਾਰਿਆਂ ਥਾਵਾਂ ਤੇ ਮੌਜੂਦ ਹੈ। ਪੂਰ ਰਹਿਓ ਤੂੰ ਸਰਬ ਮਹੀ, ਤੂੰ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ। ਇੱਕ ਰਸ ਵਿਆਪਕ ਵੇਖਿਆ ਹੁੰਦਾ ਸ਼ਾਇਦ ਜਾਤਾਂ ਦੇ ਝਗੜੇ ਮੁੱਕ ਜਾਂਦੇ, ਸ਼ਾਇਦ ਉੱਚਿਆਂ ਤੇ ਨੀਵਿਆਂ ਦੇ ਝਗੜੇ ਮੁੱਕ ਜਾਂਦੇ, ਸ਼ਾਇਦ ਗਰੀਬੀ ਤੇ ਅਮੀਰੀ ਦੇ ਪਾੜੇ ਖਤਮ ਹੋ ਜਾਂਦੇ, ਸ਼ਾਇਦ ਧਰਮਾਂ ਦੇ ਰੌਲੇ ਮੁੱਕ ਜਾਂਦੇ। ਪਰ ਅਸੀਂ ਧਰਮਾਂ ਦੇ ਰੌਲੇ ਕਿੱਥੋਂ ਮੁਕਾਉਣੇ ਸੀ? ਇੱਕ ਹੋਰ ਨਵਾਂ ਰੌਲਾ ਧਰਮ ਦੀ ਦੁਨੀਆ ਵਿੱਚ ਸਿੱਖ ਵੀ ਪਾ ਕੇ ਬਹਿ ਗਏ ਵੀ ਸਾਡਾ ਇਸ ਤਰ੍ਹਾਂ ਦਾ ਮੰਨਣਾ ਹੈ। ਨਹੀਂ ਭਾਈ, ਗੁਰੂ ਬਾਬੇ ਦੀ ਬਾਣੀ ਜਿਹੜੀ ਵਿਚਾਰ ਸਾਨੂੰ ਦਿੰਦੀ ਹੈ, ਫਿਰ ਇਹੀ ਬੇਨਤੀ ਹੈ ਆਪ ਸਾਰਿਆਂ ਨੂੰ ਧਿਆਨ ਨਾਲ ਬਾਣੀ ਨੂੰ ਪੜ੍ਹੋ, ਬਾਣੀ 'ਚ ਦਿੱਤੇ ਫੈਸਲਿਆਂ ਨੂੰ ਖੁਦ ਜਾਣੋ, ਬਾਣੀ ਦੀ ਡਿਟੇਲ ਵਿੱਚ ਜਾਓ। ਅੰਕ ਅਸੀਂ ਇੱਥੇ ਆਪ ਜੀ ਨੂੰ ਦੁਹਰਾ ਦੇਈਦਾ ਹੈ ਹਮੇਸ਼ਾ। 485 ਨੰਬਰ ਅੰਕ ਤੇ ਪਾਵਨ ਸ਼ਬਦ ਦਰਜ ਹੈ ਆਸਾ ਰਾਗ ਦੇ ਅੰਦਰ। ਉੱਥੇ ਜਾ ਕੇ ਪੜ੍ਹਿਓ, ਸਾਧ ਸਿੰਘ ਦੇ ਕੀਤੇ ਹੋਏ ਅਰਥ ਵੇਖਿਓ ਤੇ ਤੁਹਾਨੂੰ ਉਹਨਾਂ ਅਰਥਾਂ ਵਿੱਚ ਵੀ ਇਹ ਗੱਲ ਨਜ਼ਰ ਆਊਗੀ। ਤੇ ਉਹਦੇ ਤੋਂ ਬਾਅਦ ਜੇ ਕਿਤੇ ਸਾਡੇ ਥਾਵਾਂ ਨਾਲ ਇਹ ਗੱਲਾਂ ਜੁੜੀਆਂ ਹੋਈਆਂ, ਜਿਹੜੇ ਵੀਰ ਕਰਦੇ ਆ ਉਹ ਛੱਡਿਓ, ਜਿਹੜੇ ਛੱਡ ਚੁੱਕੇ ਆ ਉਹ ਬਾਕੀਆਂ ਨੂੰ ਸਮਝਾਉਣ ਦਾ ਯਤਨ ਕਰੀਏ ਤਾਂ ਕਿ ਅਸੀਂ ਨਿਰੋਲ ਨਿਆਰਾ ਖਾਲਸਾ ਜਿਹੜਾ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਸਿਰਜਿਆ ਸੀ ਉਹਦੀ ਰੂਪ ਰੇਖਾ ਪੂਰੀ ਦੁਨੀਆ ਦੇ ਸਾਹਮਣੇ ਲਿਆ ਸਕੀਏ, ਜਿਹਨੂੰ ਅਸੀਂ ਕਹਿੰਦੇ ਹਾਂ ਜਬ ਲਕ ਖਾਲਸਾ ਰਹਿ ਨਿਆਰਾ ਤਬ ਲਕ ਤੇਜ ਦਿਉ ਮੈਂ ਸਾਰਾ। ਜਬੇ ਗਏ ਵਿਪਰਨ ਕੀ ਰੀਤ। ਸਭ ਤੋਂ ਵੱਧ ਵਿਪਰ ਦੀ ਰੀਤ ਕਰਨ ਵਾਲੇ ਬੰਦੇ ਵੀ ਕਹੀ ਜਾਂਦੇ ਆ ਜਬੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਗੁਰੂ ਮਿਹਰ ਕਰੇ
ਆਪ ਸਾਰਿਆਂ ਦਾ ਧੰਨਵਾਦ। ਸ਼ੁਕਰਾਨਾ ਗੁਰੂ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।